ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 64। ਸ੍ਰੀ ਰਾਗ ਮਹਿਲਾ ਪਹਿਲਾ ਕਰ ਦੂਜਾ। ਮੁਕਾਮ ਕਰ ਕਰ ਵੈਸਣਾ ਨਿਤ ਚੱਲਣੇ ਕੀ ਧੋਖ। ਮੁਕਾਮ ਕਰ ਘਰ ਵੈਸਣਾ ਨਿਤ ਚੱਲਣੇ ਕੀ ਧੋਖ। ਦੁਨੀਆ ਨੂੰ ਆਪਣੇ ਰਹਿਣ ਲਈ ਪੱਕਾ ਟਿਕਾਣਾ ਸਮਝ ਕੇ ਘਰ ਵਿੱਚ ਬੈਠ ਜਾਣਾ ਵੀ ਮਨੁੱਖ ਨੂੰ ਮੌਤ ਵੱਲੋਂ ਬੇਫਿਕਰ ਨਹੀਂ ਕਰ ਸਕਦਾ, ਕਿਉਂਕਿ ਇੱਥੋਂ ਚਲੇ ਜਾਣ ਦੀ ਚਿੰਤਾ ਸਦਾ ਲੱਗੀ ਰਹਿੰਦੀ ਹੈ। ਮੁਕਾਮ ਤਾ ਪਰ ਜਾਣੀਐ ਜਾ ਰਹਿ ਨਿਸ਼ਚਲ ਲੋਕ। ਜਗਤ ਵਿੱਚ ਜੀਵ ਦਾ ਪੱਕਾ ਟਿਕਾਣਾ ਤਾਂ ਤਦੋਂ ਹੀ ਸਮਝਣਾ ਚਾਹੀਦਾ ਹੈ ਜੇ ਇਹ ਜਗਤ ਵੀ ਸਦਾ ਕਾਇਮ ਰਹਿਣ ਵਾਲਾ ਹੋਵੇ, ਪਰ ਇਹ ਤਾਂ ਸਭ ਕੁਝ ਹੀ ਨਾਸਵੰਤ ਹੈ। ਦੁਨੀਆ ਕੈਸ ਮੁਕਾਮੇ, ਇਹ ਜਗਤ ਜੀਵਾਂ ਵਾਸਤੇ ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ। ਕਰ ਸਿੱਧਕ ਕਰਨੀ ਖਰਚ ਵਾਧੋ, ਲਾਗ ਰਹੋ ਨਾਮੇ ਰਹਾਓ। ਕਰ ਸਿੱਧਕ ਕਰਨੀ ਖਰਚ ਵਾਧੋ, ਲਾਗ ਰਹੋ ਨਾਮੇ। ਇਸ ਵਾਸਤੇ ਆਪਣੇ ਹਿਰਦੇ ਵਿੱਚ ਸਰਦਾ ਧਾਰ ਕੇ ਉੱਚੇ ਆਤਮਿਕ ਜੀਵਨ ਨੂੰ ਆਪਣੇ ਜੀਵਨ ਸਫਰ ਲਈ ਖਰਚ ਤਿਆਰ ਕਰਕੇ ਪੱਲੇ ਬੰਨ੍ਹ ਸਦਾ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਾਓ। ਜੋਗੀ ਤਾਂ ਆਸਨ ਕਰ ਬਹਿ, ਮੁੱਲਾ ਵਹਿ ਮੁਕਾਮ। ਜੋਗੀ ਆਸਨ ਜਮਾ ਕੇ ਬੈਠਦਾ ਹੈ। ਸਾਈਂ ਫਕੀਰ ਤਕੀਏ ਵਿੱਚ ਡੇਰਾ ਲਾਂਦਾ ਹੈ। ਪੰਡਤ ਵਖਾਣੇ ਪੋਥੀਆਂ, ਸਿੱਧ ਵਹਿ ਦੇਵ ਸਥਾਨ। ਪੰਡਤ ਧਾਰਮਿਕ ਸਥਾਨਾਂ ਵਿੱਚ ਬੈਠ ਕੇ ਧਰਮ ਪੋਥੀਆਂ ਹੋਰਨਾਂ ਨੂੰ ਸੁਣਾਉਂਦੇ ਹਨ। ਕਰਾਮਾਤੀ ਜੋਗੀ ਸ਼ਿਵ ਆਦਿਕ ਦੇ ਮੰਦਰ ਵਿੱਚ ਬੈਠਦੇ ਹਨ, ਪਰ ਆਪੋ ਆਪਣੀ ਵਾਰੀ ਸਭ ਜਗਤ ਤੋਂ ਕੂਚ ਕਰਦੇ ਜਾ ਰਹੇ ਹਨ। ਸੁਰ ਸਿੱਧ ਗਣ ਗੰਧਰਵ, ਮੁਨ ਜਨ ਸੇਖ ਪੀਰ ਸਲਾਰ। ਸੁਰ ਸਿੱਧ ਗਣ ਗੰਧਰਵ, ਮੁਨ ਜਨ ਸੇਖ ਪੀਰ ਸਲਾਰ। ਦੇਵਤੇ ਯੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ, ਸ਼ਿਵ ਜੀ ਦੇ ਉਪਾਸ਼ਕ ਗਣ, ਦੇਵਤਿਆਂ ਦੇ ਗਵਈਏ, ਸਮਾਧੀਆਂ ਵਿੱਚ ਚੁੱਪ ਟਿਕੇ ਰਹਿਣ ਵਾਲੇ ਮੁਨੀ ਜਨ, ਸੇਖ ਪੀਰ ਅਤੇ ਸਰਦਾਰ ਅਖਵਾਉਣ ਵਾਲੇ। ਦਰ ਕੂਚ ਕੂਚਾ ਕਰ ਗਏ, ਅਵਰੇ ਪੇ ਚੱਲਣ ਹਾਰ। ਆਪੋ ਆਪਣੀ ਵਾਰੀ ਸਾਰੇ ਜਗਤ ਤੋਂ ਕੂਚ ਕਰ ਗਏ। ਜਿਹੜੇ ਇਸ ਵੇਲੇ ਇੱਥੇ ਦਿਸਦੇ ਹਨ, ਇਹ ਵੀ ਸਾਰੇ ਇੱਥੋਂ ਚਲੇ ਜਾਣ ਵਾਲੇ ਹਨ। ਸੁਲਤਾਨ ਖਾਨ ਮਲੂਕ ਉਮਰੇ, ਗਏ ਕਰ ਕਰ ਕੂਚ। ਬਾਦਸ਼ਾਹ ਖਾਨ ਰਾਜੇ ਅਮੀਰ ਵਜ਼ੀਰ ਆਪਣਾ ਆਪਣਾ ਡੇਰਾ ਕੂਚ ਕਰਕੇ ਚਲੇ ਗਏ। ਘੜੀ ਮੂਤ ਕੇ ਚੱਲਣਾ, ਦਿਲ ਸਮਝ ਤੂੰ ਵੇ ਪਹੁੰਚ। ਘੜੀ ਦੋ ਘੜੀਆਂ ਵਿੱਚ ਹਰੇਕ ਨੇ ਇੱਥੋਂ ਚਲੇ ਜਾਣਾ ਹੈ। ਹੇ ਮਨ, ਅਕਲ ਕਰ ਗਾਫਿਲ ਨਾ ਹੋ, ਤੂੰ ਵੀ ਪਰਲੋਕ ਵਿੱਚ ਪਹੁੰਚ ਜਾਣਾ ਹੈ। ਸਬਦੈ ਮਾਹੇ ਵਖਾਣੀਐ, ਵਿਰਲਾ ਤਾਂ ਬੂਝੈ ਕੋਇ। ਜਵਾਨੀ ਤਾਂ ਹਰ ਕੋਈ ਆਖਦਾ ਹੈ, ਪਰ ਕੋਈ ਵਿਰਲਾ ਹੀ ਯਕੀਨ ਲਿਆਉਂਦਾ ਹੈ ਕਿ ਹਰੇਕ ਜੀਵ ਨੇ ਇੱਥੋਂ ਚਲੇ ਜਾਣਾ ਹੈ ਅਤੇ
ਹਰੇਕ ਜੀਵ ਨੇ ਇੱਥੋਂ ਚਲੇ ਜਾਣਾ ਹੈ ਤੇ ਇੱਥੇ ਸਿਰਫ ਨਾਨਕ ਬਖਾਣੇ ਬੇਨਤੀ ਜਲ ਥਲ ਮਹੀਲ ਸੋਏ। ਨਾਨਕ ਬੇਨਤੀ ਕਰਦਾ ਹੈ, ਉਹੀ ਪਰਮਾਤਮਾ ਅਟਲ ਰਹਿਣ ਵਾਲਾ ਹੈ, ਜੋ ਜਲ ਵਿੱਚ ਹੈ, ਧਰਤੀ ਵਿੱਚ ਹੈ, ਪੁਲਾੜ ਵਿੱਚ ਹੈ, ਹਰ ਥਾਂ ਮੌਜੂਦ ਹੈ। ਅੱਲ੍ਹ ਅਲਖ ਅਗਮ ਕਾਦਰ ਕਰਨਹਾਰ ਕਰੀਮ। ਜੋ ਅੱਲਾ ਅਖਵਾਉਂਦਾ ਹੈ, ਜੋ ਅਲਖ ਹੈ, ਇਹ ਪਹੁੰਚ ਹੈ, ਜੋ ਸਾਰੀ ਕੁਦਰਤ ਦਾ ਮਾਲਕ ਹੈ, ਜੋ ਸਾਰੇ ਜਗਤ ਦਾ ਰਚਨਹਾਰ ਹੈ ਅਤੇ ਜੋ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ। ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਸਦਾ ਕਾਇਮ ਰਹਿਣ ਵਾਲਾ ਸਿਰਫ ਇੱਕ ਉਹ ਹੈ, ਨਹੀਂ ਤਾਂ ਹੋਰ ਸਾਰੀ ਦੁਨੀਆ ਆਵਣ ਜਾਣ ਵਾਲੀ ਹੈ, ਨਾਸਵੰਤ ਹੈ। ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ। ਸਦਾ ਕਾਇਮ ਰਹਿਣ ਵਾਲਾ ਸਿਰਫ ਉਹ ਪਰਮਾਤਮਾ ਨੂੰ ਕਿਹਾ ਜਾ ਸਕਦਾ ਹੈ, ਜਿਸ ਦੇ ਸਿਰ ਉੱਤੇ ਮੌਤ ਦਾ ਲੇਖ ਨਹੀਂ ਹੈ। ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ। ਇਹ ਆਕਾਸ਼, ਇਹ ਧਰਤੀ ਸਭ ਕੁਝ ਨਾਸਵੰਤ ਹੈ, ਪਰ ਉਹ ਇੱਕ ਪਰਮਾਤਮਾ ਸਦਾ ਅਟਲ ਹੈ। ਦਿਨ ਰੈਣ ਚੱਲੈ ਨਿਸ ਸੱਸ ਚੱਲੈ ਤਾਰਕਾ ਲਖ ਪਲੋਏ। ਹੇ ਨਾਨਕ, ਇਹ ਅਟਲ ਵਚਨ ਕਹਿ 2 ਦਿਨ ਅਤੇ ਸੂਰਜ ਨਾਸਵੰਤ ਹਨ। ਦਿਨ ਰੱਬ ਚੱਲੈ ਨਿਸ ਸੱਸ ਚੱਲੈ ਤਾਰਕਾ ਲਖ ਪਲੋਏ। ਹੇ ਨਾਨਕ, ਇਹ ਅਟਲ ਵਚਨ ਕਹਿ ਦੇ ਦਿਨ ਅਤੇ ਸੂਰਜ ਨਾਸਵੰਤ ਹਨ, ਰਾਤ ਅਤੇ ਚੰਦਰਮਾ ਨਾਸਵੰਤ ਹਨ। ਇਹ ਦਿਸਦੇ ਅੱਖਾਂ ਲੱਖਾਂ ਹੀ ਤਾਰੇ ਵੀ ਨਾਸ ਹੋ ਜਾਣਗੇ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਸਦਾ ਕਾਇਮ ਰਹਿਣ ਵਾਲਾ ਸਿਰਫ ਇੱਕ ਪਰਮਾਤਮਾ ਹੀ ਹੈ। ਅਸ਼ਟਪਦੀਆਂ ਸ੍ਰੀ ਰਾਗ ਮਹਿਲਾ ਤੀਜਾ ਕਰ ਪਹਿਲਾ। ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਗੁਰੂ ਦੀ ਸਰਨ ਪੈ ਜਦੋਂ ਪਰਮਾਤਮਾ ਮਿਹਰ ਕਰਦਾ ਹੈ ਤਾਂ ਉਸ ਦੀ ਭਗਤੀ ਕੀਤੀ ਜਾਂਦੀ ਹੈ। ਗੁਰੂ ਦੀ ਸਰਨ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੇ ਕੋਈ। ਜਦੋਂ ਕੋਈ ਮਨੁੱਖ ਗੁਰੂ ਦੇ ਆਪੇ ਵਿੱਚ ਆਪਣੇ ਆਪ ਨੂੰ ਮਿਲਾਉਣਾ ਸਿੱਖ ਲੈਂਦਾ ਹੈ ਤਾਂ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ। ਜਿਹੜਾ ਪਰਮਾਤਮਾ ਸਦਾ ਇੱਥੇ ਰਹਿਣ ਵਾਲਾ ਹੈ, ਜਿਸ ਦੀ ਸਿਫਤ ਸਲਾਹ ਦੀ ਬਾਣੀ ਸਦਾ ਅਟਲ ਹੈ, ਉਸ ਨਾਲ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਿਲਾਪ ਹੋ ਜਾਂਦਾ ਹੈ। ਭਾਈ ਰੇ ਭਾਗਹੀਣ ਕਾਹੇ ਜਗ ਆਇਆ। ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਹਦਾ ਜਗਤ ਵਿੱਚ ਆਉਣਾ ਕਿਸ ਅਰਥ। ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ। ਜਿਸ ਨੇ ਜਗਤ ਵਿੱਚ ਆ ਕੇ ਪੂਰੀ ਗੁਰੂ ਦਾ ਪੱਲਾ ਨਾ ਫੜਿਆ, ਉਸਨੇ ਆਪਣਾ ਜਨਮ ਵਿਅਰਥ ਗਵਾ ਲਿਆ। ਰਹਾਓ। ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ। ਪਰਮਾਤਮਾ ਆਪ ਹੀ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ। ਉਹ ਆਪ ਹੀ ਮਿਹਰ ਕਰਕੇ ਜੀਵਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਜੀ ਜੰਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ। ਨਹੀਂ ਤਾਂ ਇਹ ਜੀਵ ਜੰਤ ਵਿਚਾਰੇ ਕੀ ਹਨ, ਭਾਵ ਇਹਨਾਂ ਦੀ ਕੋਈ ਪਾਇਆ ਨਹੀਂ ਕਿ ਆਪਣੇ ਉਦਮ ਨਾਲ ਪ੍ਰਭੂ ਚਰਨਾਂ ਵਿੱਚ ਜੁੜ ਸਕਣ। ਆਪਣੇ ਕਿਸੇ ਅਜਿਹੇ ਉਦਮ ਦੀ ਬਾਬਤ ਕੋਈ ਜੀਵ ਕੀ ਆਖ ਕੇ ਕਿਸੇ ਨੂੰ ਸੁਣਾ ਸਕਦਾ ਹੈ। ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ।
ਪ੍ਰਭੂ ਆਪ ਹੀ ਗੁਰੂ ਦੇ ਰਾਹੀਂ ਆਪਣੇ ਨਾਮ ਦੀ ਬੜਾਈ ਦਿੰਦਾ ਹੈ, ਆਪ ਹੀ ਆਪਣੀ ਸੇਵਾ ਭਗਤੀ ਕਰਾਉਂਦਾ ਹੈ। ਦੇਖ ਕੁਟੰਬ ਮੋਹ ਲੁਭਾਣਾ, ਚਲਦਿਆਂ ਨਾਲ ਨਾ ਜਾਈ। ਮਨੁੱਖ ਆਪਣੇ ਪਰਿਵਾਰ ਨੂੰ ਵੇਖ ਕੇ ਉਸ ਦੇ ਮੋਹ ਵਿੱਚ ਫਸ ਜਾਂਦਾ ਹੈ। ਕਦੇ ਇਹ ਨਹੀਂ ਸਮਝਦਾ ਕਿ ਜਗਤ ਤੋਂ ਤੁਰਨ ਵੇਲੇ ਕਿਸੇ ਨੇ ਉਸ ਦੇ ਨਾਲ ਨਹੀਂ ਜਾਣਾ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਕੀ ਕੀਮ ਨਾ ਪਾਈ। ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਗੁਣਾਂ ਦਾ ਖਜ਼ਾਨਾ ਪਰਮਾਤਮਾ ਲੱਭ ਲਿਆ, ਉਸ ਦੀ ਸੋਭਾ ਦਾ ਮੁੱਲ ਨਹੀਂ ਪੈ ਸਕਦਾ। ਪਰਬ ਸਖਾ ਹਰ ਜਿਉ ਮੇਰਾ, ਅੰਤੇ ਹੋਏ ਸਖਾਈ। ਪਿਆਰਾ ਪ੍ਰਭੂ ਜੋ ਅਸਲ ਮਿੱਤਰ ਹੈ, ਅੰਤ ਵੇਲੇ ਜਦੋਂ ਹੋਰ ਸਭ ਅੰਗ ਸਾਥ ਛੱਡ ਦਿੰਦੇ ਹਨ, ਉਸ ਦਾ ਸਾਥੀ ਬਣਦਾ ਹੈ। ਪੇੜੀਏ ਜਗ ਜੀਵਨ ਦਾਤਾ, ਮਨ ਮੁਖ ਪਤ ਗਵਾਈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਇਸ ਪੇਕੇ ਘਰ ਵਿੱਚ, ਇਸ ਲੋਕ ਵਿੱਚ ਉਸ ਪਰਮਾਤਮਾ ਨੂੰ ਵਿਸਾਰ ਕੇ, ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪਣੀ ਇੱਜ਼ਤ ਗਵਾ ਲਈ ਹੈ। ਬਿਨ ਸਤਿਗੁਰ ਕੋ ਮੱਗ ਨਾ ਜਾਣੇ, ਅੰਧੇ ਠੌਰ ਨਾ ਕਾਈ। ਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਮਨੁੱਖ ਜੀਵਨ ਦਾ ਸਹੀ ਰਸਤਾ ਨਹੀਂ ਸਮਝ ਸਕਦਾ। ਮਾਇਆ ਦੇ ਮੂੰਹ ਚੰਨੇ ਹੋਏ ਮਨੁੱਖ ਨੂੰ ਕਿਤੇ ਕੋਈ ਸਹਾਰਾ ਨਹੀਂ ਮਿਲਦਾ। ਹਰ ਸੁੱਖ ਦਾ ਤਾਂ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਜਿਸ ਮਨੁੱਖ ਦੇ ਮਨ ਵਿੱਚ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਨਹੀਂ ਵਸਦਾ, ਉਹ ਅੰਤ ਵੇਲੇ ਇੱਥੋਂ ਪਛਤਾਉਂਦਾ ਜਾਂਦਾ ਹੈ। ਪੇੜ ਹੈ ਜਗ ਜੀਵਨ ਦਾਤਾ, ਗੁਰਮਤਿ ਮਨ ਵਸਾਇਆ। ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿੱਚ ਹੀ ਜਗਤ ਦੇ ਜੀਵਨ ਦੇ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮੱਤ ਦੇ ਕੇ ਆਪਣੇ ਮਨ ਵਿੱਚ ਵਸਾਇਆ ਹੈ, ਆਨ ਦਿਨ ਭਗਤ ਕਰੇ ਦਿਨ ਰਾਤੀ, ਹਉਮੈ ਮੋਹ ਚੁਕਾਇਆ। ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ। ਉਹ ਆਪਣੇ ਅੰਦਰੋਂ ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ। ਜਿਸ ਸਿਉ ਰਾਤਾ ਤੈ ਸੋ ਹੋਵੈ, ਸੱਚੇ ਸੱਚ ਸਮਾਇਆ। ਇੱਕ ਕੁਦਰਤੀ ਨਿਯਮ ਹੈ ਕਿ ਜਿਹੜਾ ਮਨੁੱਖ ਜਿਸਦੇ ਪ੍ਰੇਮ ਵਿੱਚ ਰੰਗਿਆ ਜਾਂਦਾ, ਉਹ ਉਸੇ ਵਰਗਾ ਹੋ ਜਾਂਦਾ ਹੈ। ਸੋ ਸਦਾ ਸਿਰ ਪ੍ਰਭੂ ਦੇ ਪ੍ਰੇਮ ਵਿੱਚ ਰਤਾ ਹੋਇਆ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਹੀ ਲੀਨ ਰਹਿੰਦਾ ਹੈ। ਆਪੇ ਨਦਰ ਕੈ ਭਉ ਲਾਏ, ਗੁਰ ਸ਼ਬਦੀ ਵਿਚਾਰ। ਜਿਸ ਮਨੁੱਖ 'ਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ ਅਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਸਤਿਗੁਰ ਸੇਵਿਆ ਸਹਿਜ ਉਪਜੇ, ਹਉਮੈ ਤ੍ਰਿਸ਼ਨਾ ਮਾਰ। ਸਤਿਗੁਰੂ ਦੀ ਸ਼ਰਨ ਪਿਆ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ। ਹਰ ਗੁਣ ਦਾਤਾ ਸਦ ਮਨ ਵਸੈ, ਸੱਚ ਰਖਿਆ ਔਰ ਧਾਰ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਸਾਰੇ ਗੁਣਾਂ ਦਾ ਦਾਤਾ ਪਰਮਾਤਮਾ ਸਦਾ ਉਸ ਦੇ ਮਨ ਵਿੱਚ ਵਸਦਾ ਹੈ। ਸਦਾ ਸਿਰ ਰਹਿਣ ਵਾਲੇ ਪ੍ਰਭੂ ਨੂੰ ਉਹ ਮਨੁੱਖ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ। ਪਰਬ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਪਿਆਰਾ ਪਰਮਾਤਮਾ ਸਦਾ ਹੀ ਪਵਿੱਤਰ ਸਰੂਪ ਰਹਿੰਦਾ ਹੈ। ਇਸ ਵਾਸਤੇ ਪਵਿੱਤਰ ਮਨ ਦੇ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ। ਨਾਮ ਨਿਧਾਨ ਹਰ ਮਨ ਵਸੈ, ਹਉਮੈ ਦੁੱਖ ਸਭ ਜਾਏ। ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ, ਜਿਸ ਮਨੁੱਖ ਦੇ ਮਨ ਵਿੱਚ ਵਸਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ। ਸਤਿਗੁਰ ਸ਼ਬਦ ਸੁਣਾਇਆ, ਹਉ ਸਦ ਬਲਿਹਾਰੇ ਜਾਊਂ। ਮੈਂ ਉਹ ਭਾਗਾਂ ਵਾਲੇ ਮਨੁੱਖ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜਿਸ ਨੂੰ ਸਤਿਗੁਰੂ ਨੇ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਸੁਣਾ ਦਿੱਤਾ ਹੈ। ਭਾਵ ਜਿਹੜੀ ਸੁਰਤ ਗੁਰੂ ਦੀ ਸਿਫਤ ਸਲਾਹ ਵਿੱਚ ਜੋੜ ਦਿੱਤੀ ਹੈ। ਆਪਣੇ ਮਨ ਚਿੱਤ ਕਹਿ ਕਹਾਏ, ਬਿਨ ਗੁਰ ਆਪ ਨਾ ਜਾਈ। ਬੇਸ਼ੱਕ ਕੋਈ ਮਨੁੱਖ ਆਪਣੇ ਮਨ ਵਿੱਚ, ਆਪਣੇ ਚਿੱਤ ਵਿੱਚ ਇਹ ਆਖੇ ਕਿ ਮੈਂ ਆਪਣੇ ਅੰਦਰੋਂ ਆਪਾ ਭਰ ਦੂਰ ਕਰ ਲਿਆ ਹੈ,
ਹੋਰਨਾਂ ਪਾਸੋਂ ਵੀ ਅਖਵਾ ਲਏ ਕਿ ਇਸ ਤੇ ਆਪਾ ਭਾਵ ਦੂਰ ਕਰ ਲਿਆ ਹੈ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਆਪਾ ਭਾਵ ਦੂਰ ਨਹੀਂ ਹੁੰਦਾ। ਹਰ ਜੀਉ ਭਗਤ ਵਿਸ਼ਲ ਸੁਖਦਾਤਾ, ਕਰ ਕਿਰਪਾ ਮਨ ਵਸਾਈ। ਪਰਮਾਤਮਾ ਆਪਣੀ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਜੀਵਾਂ ਨੂੰ ਸਾਰੇ ਸੁੱਖ ਦੇਣ ਵਾਲਾ ਹੈ। ਜਿਸ ਮਨੁੱਖ ਉੱਤੇ ਉਹ ਕਿਰਪਾ ਕਰਦਾ ਹੈ, ਉਹ ਹੀ ਉਸਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਨਾਨਕ ਸੋਭਾ ਸੁਰਤ ਦੇ, ਪਰ ਆਪੇ ਗੁਰਮੁਖ ਦੇ ਵਡਿਆਈ। ਹੇ ਨਾਨਕ, ਪਰਮਾਤਮਾ ਜੀਵ ਨੂੰ ਗੁਰੂ ਦੀ ਸ਼ਰਨ ਪਾ ਕੇ ਆਪ ਹੀ ਸਿਫਤਸਲਾਹ ਵਾਲੀ ਸੁਰਤ ਬਖਸ਼ਦਾ ਹੈ ਤੇ ਫਿਰ ਆਪ ਹੀ ਉਸ ਨੂੰ ਲੋਕ ਪਰਲੋਕ ਵਿੱਚ ਸੋਭਾ ਤੇ ਵਡਿਆਈ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।